ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ। ਮੈਂ ਹਾਂ ਨਵਜੋਤ ਕੌਰ ਤੇ ਲਗਾਤਾਰ ਕੋਰੋਨਾ ਵਾਇਰਸ ਚਾਈਨੀਜ਼ ਵਾਇਰਸ ਜੋ ਨਾਮੁਰਾਦ ਮਹਾਮਾਰੀ ਬਣ ਕੇ ਲੋਕਾਂ ਦੇ ਵਿੱਚ ਪੈਰ ਪਸਾਰ ਰਿਹਾ ਹੈ, ਕਈ ਲੋਕਾਂ ਦੀਆਂ ਜਾਨਾਂ ਇੱਕ ਹੋ ਚੁੱਕਿਆ ਹੈ। ਉਸੇ ਲਗਾਤਾਰ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੀ ਅਪਡੇਟ ਤੁਹਾਨੂੰ ਵਿਖਾ ਰਹੇ ਔਰ ਇਸ ਵੇਲੇ ਜਿਹੜੀ ਵੱਡੀ ਖਬਰ ਹੈ ਉਹ ਅੰਮ੍ਰਿਤਸਰ ਤੋਂ ਆ ਰਹੀ ਹੈ। ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਕੋਰੋਨਾ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। ਇੱਕ ਕੈਦੀ ਕੋਰੋਨਾ ਪੋਜ਼ਿਟਿਵ ਪਾਇਆ ਗਿਆ ਹੈ। ਪਿਛਲੇ ਦਿਨੀ ਕੋਰਟ ਦੇ ਵਿੱਚ ਇਸ ਕੈਦੀ ਦੀ ਪੇਸ਼ੀ ਹੋਈ ਸੀ ਔਰ ਇਤਿਹਾਤ ਵਜੋਂ ਹੁਣ 2 ਜੱਜ ਸਮੇਤ 28 ਲੋਕਾਂ ਦੇ ਜਿਹੜੇ ਸੈਂਪਲ ਲਏ ਗਏ ਨੇ ਤਾਂ ਕਿ ਉਹਨਾਂ 'ਚ ਵੇਖਿਆ ਜਾਵੇ ਕਿ ਕੋਰੋਨਾ ਵਾਇਰਸ ਪਾਇਆ ਜਾ ਵੀ ਸਕਦਾ ਹੈ ਜਾਂ ਨਹੀਂ। ਔਰ ਜੇਲ੍ਹ ਦੇ ਵਿੱਚ 230 ਕੈਦੀਆਂ ਦੀ ਹੁਣ ਜਿਹੜੀ ਹੈ ਸਕਰੀਨਿੰਗ ਕਰਵਾਈ ਜਾ ਰਹੀ ਹੈ। ਇਸ ਦੇ ਨਾਲ ਹੀ ਕੱਲ ਅੰਮ੍ਰਿਤਸਰ ਦੇ ਵਿੱਚ ਇੱਕ ਚੋਰ ਵੀ ਕੋਰੋਨਾ ਪੋਜ਼ਿਟਿਵ ਨਿਕਲਿਆ ਸੀ ਤੇ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਵਿਖਾ ਰਹੇ ਹਾਂ। ਅੰਮ੍ਰਿਤਸਰ ਤੋਂ ਇੱਕ ਖਬਰ ਆ ਰਹੀ ਹੈ, ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ, ਜਿੱਥੇ ਲਗਾਤਾਰ ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਮਰੀਜ਼ਾਂ ਦਾ ਅੰਕੜਾ ਸਭ ਤੋਂ ਜ਼ਿਆਦਾ ਅੰਮ੍ਰਿਤਸਰ ਦੇ ਵਿੱਚ ਹੀ ਹੈ। ਇਸ ਮਾਮਲੇ ਤੇ ਵਧੇਰੇ ਜਾਣਕਾਰੀ ਵਾਸਤੇ ਸਾਡੇ ਸਹਿਯੋਗੀ ਰਾਜੀਵ ਸਾਡੇ ਨਾਲ ਜੁੜ ਚੁੱਕੇ ਨੇ। ਰਾਜੀਵ, ਕੀ ਕੁਝ ਅਪਡੇਟ ਹੈ ਤੁਹਾਡੇ ਕੋਲ ਅੰਮ੍ਰਿਤਸਰ ਦੇ ਵਿੱਚ ਹੁਣ ਜੋ ਨਵਾਂ ਇੱਕ ਕੇਸ ਸਾਹਮਣੇ ਆਇਆ ਹੈ? ਜੀ ਨਵਜੋਤ, ਸਭ ਤੋਂ ਪਹਿਲਾਂ ਮੈਂ ਆਪਣੇ ਦਰਸ਼ਕਾਂ ਨੂੰ ਇਸ ਜੋ 2 ਮਾਮਲੇ ਨੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਤਾਂ ਇਹਦੇ ਵਿੱਚ ਮੈਂ ਜਿਹੜੀ ਪੂਰੀ ਤਸਵੀਰ ਹੈ ਉਹ ਸਾਫ਼ ਕਰਨੀ ਚਾਹੁੰਦਾ ਕਿ ਇੱਕ ਪ੍ਰਤਾਪ ਸਿੰਘ ਨਾਮ ਦਾ ਜਿਹੜਾ ਚੋਰ ਸੀ, ਜੋ ਕਿ ਇੱਕ ਟਰੈਕਟਰ ਚੋਰੀ ਦੇ ਕੇਸ ਦੇ ਵਿੱਚ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ, ਤਾਂ ਉਸ ਨੂੰ 2 ਦਿਨ ਅੰਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਵੱਖ-ਵੱਖ ਜੱਜ ਸਾਹਿਬਾਨਾਂ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੂੰ ਮਿਲਾ ਕੇ ਜਾਂ ਫਿਰ ਜਿਹੜੇ 2 ਜੱਜ ਸਾਹਿਬਾਨ ਨੇ ਤਾਂ ਕੁੱਲ 28 ਲੋਕਾਂ ਨੂੰ ਕੁਆਰੰਟਾਈਨ ਕੀਤਾ ਗਿਆ। ਪਰ ਅੱਜ ਜਿਹੜੀ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਕਿ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਵੀ ਕੋਰੋਨਾ ਵਾਇਰਸ ਨੇ ਜਿਹੜੀ ਆਪਣੀ ਦਸਤਕ ਦਿੱਤੀ ਹੈ, ਤਾਂ ਇੱਕ ਜੋ ਕੈਦੀ ਹੈ ਉੱਥੋਂ ਉਸ ਨੂੰ ਜੋ ਪ੍ਰਗਟ ਸਿੰਘ ਉਸਦਾ ਨਾਮ ਦੱਸਿਆ ਜਾ ਰਿਹਾ। ਅੰਮ੍ਰਿਤਸਰ ਦੇ ਸਿਵਲ ਸਰਜਨ ਡਾਕਟਰ ਜੁਗਲ ਕਿਸ਼ੋਰ ਸ਼ਰਮਾ ਨੇ ਇਸ ਬਾਰੇ ਜਾਣਕਾਰੀ ਦਿੱਤੀ ਔਰ ਨਿਊਜ਼ 18 ਨੂੰ ਐਕਸਕਲੂਸਿਵ ਇਹ ਜਾਣਕਾਰੀ ਉਹਨਾਂ ਨੇ ਦਿੱਤੀ ਕਿ ਪ੍ਰਗਟ ਸਿੰਘ ਨਾਮ ਦਾ ਜਿਹੜਾ ਕੈਦੀ ਹੈ ਜੋ ਕਿ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਸੀ, ਕਿਉਂਕਿ ਜੇਲ੍ਹ ਦੇ ਵਿੱਚ ਵੀ ਕੈਦੀਆਂ ਦੀ ਲਗਾਤਾਰ ਸਕਰੀਨਿੰਗ ਕੀਤੀ ਜਾਂਦੀ ਹੈ ਔਰ ਜਦੋਂ ਵੀ ਕੋਈ ਕਿਸੇ ਦੇ ਵਿੱਚ ਲੱਛਣ ਪਾਇਆ ਜਾਂਦਾ ਤਾਂ ਤੁਰੰਤ ਉਸ ਦਾ ਜੋ ਸੈਂਪਲ ਲੈ ਕੇ ਉਸਦੀ ਟੈਸਟ ਰਿਪੋਰਟ ਜਿਹੜੀ ਆ ਉਹ ਮੰਗਵਾਈ ਜਾਂਦੀ ਹੈ। ਤਾਂ ਉਸਦੀ ਜਿਹੜੀ ਰਿਪੋਰਟ ਪੋਜ਼ਿਟਿਵ ਆਈ, ਜਿਸ ਤੋਂ ਬਾਅਦ ਪ੍ਰਗਟ ਸਿੰਘ ਨੂੰ ਪੱਟੀ ਦੀ ਜੋ ਕੇਂਦਰੀ ਜੇਲ੍ਹ ਹੈ ਜਿੱਥੇ ਕਿ ਕੁਆਰੰਟਾਈਨ ਸੈਂਟਰ ਜਿਸ ਨੂੰ ਬਣਾ ਦਿੱਤਾ ਗਿਆ, ਤਾਂ ਉੱਥੇ ਉਸ ਨੂੰ ਫਿਲਹਾਲ ਸ਼ਿਫਟ ਕਰ ਦਿੱਤਾ ਗਿਆ। ਇਸ ਦੇ ਨਾਲ ਹੀ 230 ਕੈਦੀ ਜੋ ਕਿ ਉਸ ਦੇ ਨਾਲ ਰਹਿ ਰਹੇ ਸਨ ਜਾਂ ਉਸ ਦੇ ਸੰਪਰਕ ਦੇ ਵਿੱਚ ਆਏ ਸਨ, ਤਾਂ ਉਹਨਾਂ ਦੀ ਜੋ ਜੇਲ੍ਹ ਦੇ ਅੰਦਰ ਡਾਕਟਰੀ ਸਟਾਫ ਹੈ, ਜਿਹੜਾ ਡਾਕਟਰੀ ਅਮਲਾ ਹੁੰਦਾ ਜੇਲ੍ਹ ਦੇ ਅੰਦਰ, ਜਿਹੜੇ ਡਾਕਟਰਾਂ ਨੂੰ ਤੈਨਾਤ ਕੀਤਾ ਜਾਂਦਾ ਸਿਹਤ ਵਿਭਾਗ ਦੇ, ਤਾਂ ਉਹਨਾਂ ਨੂੰ ਸਿਵਲ ਸਰਜਨ ਵੱਲੋਂ ਹਦਾਇਤ ਜਾਰੀ ਕਰ ਦਿੱਤੀ ਗਈ ਹੈ ਕਿ 230 ਦੇ 30 ਜਿਹੜੇ ਜਿੰਨੇ ਵੀ ਕੈਦੀ ਨੇ ਉਹਨਾਂ ਦੀ ਸਕਰੀਨਿੰਗ ਕੀਤੀ ਜਾਵੇ ਔਰ ਉਸ ਤੋਂ ਬਾਅਦ ਜੇਕਰ ਕਿਸੇ ਦੇ ਵਿੱਚ ਵੀ ਕੋਈ ਲੱਛਣ ਪਾਇਆ ਜਾਂਦਾ ਤਾਂ ਉਸ ਦਾ ਤੁਰੰਤ ਜੋ ਹੈ ਉਹ ਸੈਂਪਲ ਲੈ ਕੇ ਜਾਂਚ ਦੇ ਲਈ ਉਸਦੀ ਜਿਹੜੀ ਰਿਪੋਰਟ ਹੈ ਉਹ ਟੈਸਟ ਜਿਹੜਾ ਉਹ ਭੇਜਿਆ ਜਾਵੇ। ਤਾਂ ਇਹ ਜਾਣਕਾਰੀ ਤਾਜ਼ਾ ਅੰਮ੍ਰਿਤਸਰ ਤੋਂ ਹੈ। ਰਾਜੀਵ, ਅਫਰਾ ਤਫਰੀ ਦਾ ਮਾਹੌਲ ਵੀ ਬਣ ਗਿਆ ਹੋਏਗਾ ਕਿਉਂਕਿ ਜੇਲ੍ਹ ਦੇ ਵਿੱਚ 230 ਕੈਦੀ ਜਿਹੜੇ ਕਿ ਹੁਣ ਜਿਨ੍ਹਾਂ ਤੇ ਨਜ਼ਰਾਂ ਟਿਕੀਆਂ ਹੋਈਆਂ ਨੇ, ਸਕਰੀਨਿੰਗ ਹੋ ਰਹੀ ਹੈ। ਤੇ ਇਸ ਵੇਲੇ ਪ੍ਰਗਟ ਸਿੰਘ ਦੇ ਬਾਰੇ ਹੋਰ ਕੁਝ ਜਾਣਾਂਗੇ ਕਿ ਕੀ ਕੁਝ ਉਮਰ ਹੈ ਉਹਨਾਂ ਦੀ ਔਰ ਹੁਣ ਅੱਗੇ ਕੀ ਕੁਝ ਇਹਤਿਆਤ ਪ੍ਰਸ਼ਾਸਨ ਵੱਲੋਂ ਲਿਆ ਜਾ ਰਿਹਾ ਹੈ? ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਾਲੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ। ਬਸ ਇਹ ਦੱਸਿਆ ਗਿਆ ਕਿ ਪ੍ਰਗਟ ਸਿੰਘ ਨਾਮ ਦਾ ਕੈਦੀ ਜੋ ਕਿ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਸੀ। ਤਾਂ ਇੱਥੇ ਮੈਂ ਵੀ ਦੱਸਣਾ ਚਾਹੁੰਦਾ ਕਿ ਜਦੋਂ ਕੋਰੋਨਾ ਵਾਇਰਸ ਦੀ ਜਿਹੜੀ ਮਹਾਮਾਰੀ ਇਸ ਨੂੰ ਐਲਾਨਿਆ ਗਿਆ ਔਰ ਜਦੋਂ ਭਾਰਤ ਦੇ ਵਿੱਚ ਇਸ ਨੇ ਦਸਤਕ ਦਿੱਤੀ ਤਾਂ ਪੰਜਾਬ ਦੀਆਂ ਬਹੁਤ ਸਾਰੀਆਂ ਜੇਲ੍ਹਾਂ ਦੇ ਵਿੱਚੋਂ ਬਹੁਤ ਸਾਰੇ ਕੈਦੀਆਂ ਨੂੰ ਜਾਂ ਜਿਹੜੇ ਹਵਾਲਾਤੀ ਸਨ ਉਹਨਾਂ ਨੂੰ ਪੈਰੋਲ ਤੇ ਜੋ ਹੈ ਘਰਾਂ ਦੇ ਵਿੱਚ ਛੁੱਟੀ ਦੇ ਕੇ ਭੇਜ ਦਿੱਤਾ ਗਿਆ ਸੀ ਤਾਂ ਕਿ ਜੇਲ੍ਹਾਂ ਦੇ ਵਿੱਚ ਭੀੜ ਜ਼ਿਆਦਾ ਨਾ ਹੋਵੇ। ਪਰ ਜਿਹੜੇ ਜ਼ਿਆਦਾ ਸੰਗੀਨ ਜੁਰਮ ਜਿਨ੍ਹਾਂ ਦੇ ਇਲਜ਼ਾਮ ਲੱਗੇ ਸਨ ਤਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਹੀ ਰਹਿਣ ਦੀ ਗੱਲ ਕਹੀ ਜਾ ਰਹੀ ਸੀ, ਜਿਨ੍ਹਾਂ ਦੇ ਵਿੱਚੋਂ ਪ੍ਰਗਟ ਸਿੰਘ ਵੀ ਇੱਕ ਦੱਸਿਆ ਜਾ ਰਿਹਾ। ਉਸ ਬਾਰੇ ਹਾਲੇ ਜ਼ਿਆਦਾ ਡਿਟੇਲ ਜਿਹੜੀ ਉਹ ਸਾਂਝੀ ਨਹੀਂ ਕੀਤੀ ਗਈ ਕਿ ਉਹ ਕਿਸ ਜੁਰਮ ਦੇ ਤਹਿਤ ਉਸ ਨੂੰ ਸਜ਼ਾ ਸੁਣਾਈ ਗਈ ਸੀ ਜਾਂ ਜੇਲ੍ਹ ਦੇ ਵਿੱਚ ਕਦੋਂ ਤੋਂ ਔਰ ਕਦੋਂ ਤੱਕ ਉਸ ਦੀ ਸਜ਼ਾ ਚੱਲਣੀ, ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਪਰ ਅਹਿਮ ਜਾਣਕਾਰੀ ਇਹੀ ਹੈ ਕਿ ਜਿੱਥੇ ਹੁਣ ਤੱਕ ਸਾਰੀਆਂ ਨਜ਼ਰਾਂ ਹਜ਼ੂਰ ਸਾਹਿਬ ਤੋਂ ਜਿਹੜੇ ਪਰਤੇ ਸ਼ਰਧਾਲੂਆਂ ਤੱਕ ਟਿਕੀਆਂ ਹੋਈਆਂ ਸਨ, ਤਾਂ ਇਸ ਦੇ ਵਿੱਚ ਇੱਕ ਹੋਰ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਕਿ ਜਿਹੜੇ ਕੱਲ ਦੇਰ ਰਾਤ 9 ਲੋਕਾਂ ਦੀ ਜਿਹੜੀ ਰਿਪੋਰਟ ਆਈ ਅੰਮ੍ਰਿਤਸਰ ਤੋਂ, ਤਾਂ ਉਸ ਦੇ ਵਿੱਚ ਕੁਝ ਲੋਕ ਜਿਹੜੇ ਪ੍ਰਵਾਸੀ ਮਜ਼ਦੂਰ ਵੀ ਨੇ ਜੋ ਮਜ਼ਦੂਰੀ ਕਰਦੇ ਸਨ, ਤਾਂ ਉਹਨਾਂ ਲੋਕਾਂ ਦੇ ਵੀ ਪੋਜ਼ਿਟਿਵ ਆਉਣ ਤੋਂ ਬਾਅਦ ਹੁਣ ਕਿਤੇ ਨਾ ਕਿਤੇ ਅੰਮ੍ਰਿਤਸਰ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਹੈ ਜਾਂ ਸਿਹਤ ਵਿਭਾਗ ਹੈ ਹੁਣ ਪਹਿਲਾਂ ਨਾਲੋਂ ਸਤਰਕ ਨਜ਼ਰ ਆ ਰਿਹਾ। ਤਾਂ ਇਸ ਦੇ ਵਿੱਚ ਧੰਨਵਾਦ ਤੁਹਾਡਾ ਰਾਜੀਵ। ਇਸ ਖਬਰ ਤੇ ਤੁਸੀਂ ਹੋਰ ਅਪਡੇਟ ਲੈਂਦੇ ਰਹੋ, ਤੁਹਾਡੇ ਵੱਲ ਫਿਰ ਤੋਂ ਰੁਖ ਕਰਾਂਗੇ। ਤੇ ਵਾਕਈ ਪ੍ਰਸ਼ਾਸਨ ਦੇ ਵਿੱਚ ਵੀ ਘਮਸਾਨ ਮਚਿਆ ਹੋਇਆ ਹੈ ਔਰ ਲੋਕਾਂ ਦੇ ਵਿੱਚ ਜ਼ਾਹਿਰ ਜੀ ਤੌਰ ਤੇ ਅੰਮ੍ਰਿਤਸਰ ਪ੍ਰਸ਼ਾਸਨ ਦੇ ਵਿੱਚ ਅਫਰਾ ਤਫਰੀ ਦਾ ਮਾਹੌਲ ਹੈ। ਜਿਸ ਤਰ੍ਹਾਂ ਇੱਕ ਜੇਲ੍ਹ ਕੈਦੀ ਸਾਹਮਣੇ ਆਇਆ ਹੈ, ਉਸ ਤੋਂ ਬਾਅਦ ਹੁਣ ਇਤਿਹਾਤ ਵਜੋਂ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ।
ਤੇ ਹੁਣ ਅੱਗੇ ਵਧਦੇ ਹਾਂ। ਹੁਣ ਖਬਰ ਪੰਜਾਬ ਦੀ ਸਿਆਸਤ ਦੀ ਥੋੜੀ ਦੇਰ ਦੇ ਵਿੱਚ ਸ਼ੁਰੂ ਹੋਵੇਗੀ। ਪੰਜਾਬ ਕੈਬਨਿਟ ਦੀ ਬੈਠਕ, ਮੰਤਰੀਆਂ ਅਫਸਰਾਂ ਦੀ ਤਕਰਾਰ ਵਿਚਾਲੇ ਬੈਠਕ ਜਿਹੜੀ ਹੈ ਕੀਤੀ ਜਾਵੇਗੀ। ਬੈਠਕ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿਉਂਕਿ 9 ਮਈ ਨੂੰ ਪ੍ਰੀ ਕੈਬਨਿਟ ਦੀ ਇੱਕ ਮੀਟਿੰਗ ਹੋਈ ਸੀ। ਉਸ ਦੌਰਾਨ ਕੁਝ ਤਕਰਾਰ ਹੋ ਗਈ ਸੀ। ਸੰਤਰੀਆਂ ਔਰ ਮੰਤਰੀਆਂ ਦੇ ਵਿੱਚ, ਅਫਸਰਾਂ ਦੇ ਵਿੱਚ ਕੁਝ ਤਕਰਾਰ ਹੋ ਗਈ ਸੀ। ਪਾਲਿਸੀ ਤੇ ਜੋ ਕੁਝ ਫੈਸਲੇ ਲਏ ਗਏ ਸੀ ਉਸ ਨਿਰਣੇ ਨੂੰ ਲੈ ਕੇ, ਉਸ ਫੈਸਲਿਆਂ ਨੂੰ ਲੈ ਕੇ ਤਕਰਾਰ ਹੋਈ ਸੀ। ਉਸ ਤੋਂ ਬਾਅਦ ਹੁਣੇ ਫਿਰ ਤੋਂ ਇੱਕ ਮੀਟਿੰਗ ਰੱਖੀ ਜਾਵੇਗੀ ਔਰ ਸ਼ਰਾਬ ਪਾਲਿਸੀ ਤੇ ਮੰਤਰੀਆਂ ਦੀ ਜਿਹੜੀ ਮੁੱਖ ਸਕੱਤਰ ਦੇ ਨਾਲ ਬਹਿਸ ਹੋਈ ਸੀ। ਉਸ ਤੋਂ ਬਾਅਦ ਹੁਣੇ ਮੀਟਿੰਗ ਹੈ ਔਰ ਅੱਜ ਦੀ ਮੀਟਿੰਗ ਦੇ ਵਿੱਚ ਸ਼ਰਾਬ ਪਾਲਿਸੀ ਸਣੇ ਕਈ ਮੁੱਦਿਆਂ ਤੇ ਚਰਚਾ ਹੋਣੀ ਸੰਭਵ ਹੈ। ਤੁਹਾਨੂੰ ਦੱਸ ਦਈਏ ਕਿ ਅੱਜ ਅਹਿਮ ਬੈਠਕ ਹੋਣ ਜਾ ਰਹੀ ਹੈ ਜਿਸ ਤੇ ਹੋਰ ਸਾਡੇ ਨਾਲ ਜਾਣਕਾਰੀ ਸਾਨੂੰ ਦੇਣ ਵਾਸਤੇ ਸਾਡੇ ਸਹਿਯੋਗੀ ਪੰਕਜ ਕਪਾਹੀ ਨਾਲ ਜੁੜ ਚੁੱਕੇ ਨੇ। ਪੰਕਜ, ਕੀ ਕੁਝ ਇਨਫੋਰਮੇਸ਼ਨ ਹੈ ਅੱਗੇ ਹੁਣ ਕਦੋਂ ਇਹ ਬੈਠਕ ਸ਼ੁਰੂ ਹੋਣ ਜਾ ਰਹੀ ਹੈ ਔਰ ਕੀ ਕੁਝ ਡਿਸਕਸ਼ਨ ਜਾਂ ਡਿਸੀਜਨ ਜਿਹੜੇ ਨੇ ਉਹ ਆਉਣ ਦੀ ਉਮੀਦ ਹੈ? ਨਵਜੋਤ, 1 ਵਜੇ ਦੇ ਕਰੀਬ ਤਕਰੀਬਨ ਅੱਧੇ ਘੰਟੇ ਬਾਅਦ ਇਹ ਬੈਠਕ ਜਿਹੜੀ ਹੈ ਉਹ ਸ਼ੁਰੂ ਹੋਏਗੀ ਔਰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ तमाम ਮੰਤਰੀਆਂ ਦੇ ਨਾਲ ਜੁੜਨਗੇ ਔਰ ਇਸ ਦੇ ਵਿੱਚ ਸਭ ਤੋਂ ਅਹਿਮ ਹੈ ਕਿ ਐਕਸਾਈਜ਼ ਪਾਲਿਸੀ ਅੱਜ ਪੰਜਾਬ ਦੇ ਵਿੱਚ ਆਵੇਗੀ ਜਾਂ ਨਹੀਂ ਆਵੇਗੀ, ਕਿਉਂਕਿ ਐਕਸਾਈਜ਼ ਪਾਲਿਸੀ ਨੂੰ ਲੈ ਕੇ ਚਰਚਾ ਹੋਣੀ ਹੈ ਔਰ ਐਕਸਾਈਜ਼ ਪਾਲਿਸੀ ਪਿਛਲੇ 1 ਹਫ਼ਤੇ ਤੋਂ ਪੈਂਡਿੰਗ ਪਈ ਹੋਈ ਹੈ। ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਕਿ ਐਕਸਾਈਜ਼ ਦੀ ਨਵੀਂ ਪਾਲਿਸੀ ਆਵੇ, ਲੇਕਿਨ ਸ਼ਸ਼ੋਬਨ ਜਿਹੜਾ ਉਹ ਬਣਿਆ ਹੋਇਆ ਹੈ, ਆਪਸੀ ਤਾਲਮੇਲ ਜਿਹੜਾ ਹੈ ਉਹ ਸਹੀ ਤਰੀਕੇ ਦੇ ਨਾਲ ਨਹੀਂ ਹੋ ਰਿਹਾ। ਅਧਿਕਾਰੀ ਚਾਹੁੰਦੇ ਨੇ ਕਿ ਸ਼ਰਾਬ ਦੇ ਉੱਤੇ ਟੈਕਸ ਨਾ ਲੱਗੇ, ਲੇਕਿਨ ਮੰਤਰੀ ਚਾਹੁੰਦੇ ਨੇ, ਮਨਪ੍ਰੀਤ ਸਿੰਘ ਬਾਦਲ ਹੋਰੀ ਚਾਹੁੰਦੇ ਨੇ ਕਿ ਸ਼ਰਾਬ ਦੇ ਉੱਤੇ ਟੈਕਸ ਲਗਾਇਆ ਜਾਵੇ ਤਾਂ ਕਿ ਜਿਹੜਾ ਵੱਡਾ ਹਿੱਸਾ ਐਕਸਾਈਜ਼ ਤੋਂ ਪੈਸਾ ਜਿਹੜਾ ਆਉਂਦਾ ਵਾ ਉਹ ਸਰਕਾਰ ਨੂੰ ਪਹੁੰਚੇ। ਦੂਜੇ ਪਾਸੇ ਸ਼ਰਾਬ ਦੀ ਹੋਮ ਡਿਲੀਵਰੀ ਹੋਵੇ ਜਾਂ ਨਾ ਹੋਵੇ, ਇਹ ਵੀ ਅੱਜ ਦੀ ਕੈਬਨਿਟ ਦੇ ਵਿੱਚ ਵਿਚਾਰ ਕੀਤਾ ਜਾਏਗਾ। ਇਸ ਤੇ ਵੀ ਮੋਹਰ ਜਿਹੜੀ ਉਹ ਲੱਗ ਸਕਦੀ ਹੈ। ਔਰ ਦੂਜੇ ਪਾਸੇ ਜਦੋਂ ਪ੍ਰੀ ਕੈਬਨਿਟ ਦੀ ਬੈਠਕ ਸੀਗੀ 3 ਦਿਨ ਪਹਿਲਾਂ, ਤਾਂ ਉਦੋਂ ਜਦੋਂ ਮੰਤਰੀ ਅਤੇ ਅਧਿਕਾਰੀ ਆਮੋ ਸਾਹਮਣੇ ਹੋ ਗਏ ਸੀਗੇ, ਲਗਾਤਾਰ ਉਸ ਤੋਂ ਬਾਅਦ ਇੱਕ ਨਵੀਂ ਸਟੇਟਮੈਂਟ ਜਿਹੜੀ ਉਹ ਸਾਹਮਣੇ ਆ ਰਹੀ ਹੈ। ਤਾਂ ਜਦੋਂ ਇਸ ਕੈਬਨਿਟ ਦੇ ਵਿੱਚ ਅਧਿਕਾਰੀ ਬੈਠਣਗੇ ਜਾਂ ਨਹੀਂ ਬੈਠਣਗੇ, ਇਹ ਵੀ ਕਾਫੀ ਅਹਿਮ ਜਿਹੜਾ ਵਾ ਅੱਜ ਦੀ ਕੈਬਨਿਟ ਦੇ ਵਿੱਚ ਰਹਿਣ ਵਾਲਾ ਹੈ, ਕਿਉਂਕਿ ਮੰਤਰੀਆਂ ਨੇ ਵੀ ਇਹ ਕਿਹਾ ਸੀਗਾ ਕਿ ਅਸੀਂ ਅਧਿਕਾਰੀਆਂ ਦੀ ਜਿਹੜੀ ਸ਼ਿਕਾਇਤ ਹੈ ਉਹ ਮੁੱਖ ਮੰਤਰੀ ਨੂੰ ਕਰਾਂਗੇ ਔਰ ਕੁਝ ਮੰਤਰੀ ਚੀਫ ਸੈਕਟਰੀ ਦੇ ਅਸਤੀਫੇ ਤੱਕ ਦੀ ਮੰਗ ਜਿਹੜੀ ਹੈ ਉਹ ਕਰ ਰਹੇ ਨੇ। ਸੁਨੀਲ ਜਾਖੜ ਹੋਰਾਂ ਦਾ ਵੀ ਕਹਿਣਾ ਹੈ ਕਿ ਮੰਤਰੀਆਂ ਦਾ ਅਸਤੀਫੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਲੇਕਿਨ ਜਿਹੜੇ ਅਧਿਕਾਰੀਆਂ ਦਾ ਹੰਕਾਰ ਬੋਲ ਰਿਹਾ ਵਾ ਉਸ ਦੇ ਉੱਤੇ ਮੁੱਖ ਮੰਤਰੀ ਨੂੰ ਫੈਸਲਾ ਜਿਹੜਾ ਉਹ ਲੈਣਾ ਚਾਹੀਦਾ। ਨਵਜੋਤ, ਤੇ ਪੰਕਜ, ਕ੍ਰਾਈਸਿਸ ਦਾ ਟਾਈਮ ਹੈ, ਤੁਹਾਨੂੰ ਕੀ ਲੱਗਦਾ ਹੈ ਕਿ ਇਸ ਮੌਕੇ ਇਸ ਤਰ੍ਹਾਂ ਦੀ ਤਲਖੀ ਹੋਣਾ, ਜਿਸ ਦੇ ਵਿੱਚ ਅੱਜ ਇਹ ਵੀ ਸੰਭਾਵਨਾ ਤੁਸੀਂ ਜਤਾ ਰਹੇ ਹੋ ਕਿ ਹੋ ਸਕਦਾ ਹੈ ਜਿਹੜੇ ਅਧਿਕਾਰੀ ਉਸ ਮੀਟਿੰਗ ਦੇ ਵਿੱਚ ਸ਼ਾਮਿਲ ਨਾ ਹੋਣ, ਕੀ ਕੁਝ ਮਾਇਨੇ ਰੱਖਦੇ ਆ ਇਹੋ ਜਿਹੇ ਨਤੀਜੇ? ਰਜਿੰਦਰ, ਨਵਜੋਤ, ਕਿਉਂਕਿ ਜਿਹੜੇ ਮੰਤਰੀ ਨੇ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਅਸੀਂ ਅਧਿਕਾਰੀਆਂ ਦੇ ਨਾਲ ਕੋਈ ਗੱਲਬਾਤ ਨਹੀਂ ਕਰਾਂਗੇ, ਅਸੀਂ ਮੁੱਖ ਮੰਤਰੀ ਦੇ ਨਾਲ ਗੱਲਬਾਤ ਕਰਾਂਗੇ। ਲੇਕਿਨ ਜਦੋਂ ਸਰਕਾਰ ਚੱਲਦੀ ਹੈ, ਸਰਕਾਰ ਇੱਕ ਗੱਡੀ ਦਾ ਪਹੀਆ ਜਿਹੜੇ ਮੰਤਰੀ ਚਲਾਉਂਦੇ ਨੇ ਤਾਂ ਦੂਜਾ ਪਹੀਆ ਜਿਹੜਾ ਵਾ ਉਹ ਅਧਿਕਾਰੀ ਚਲਾਉਂਦੇ ਨੇ। ਦੋਵਾਂ ਦਾ ਆਪਸੀ ਤਾਲਮੇਲ ਨਾ ਹੋਵੇ ਤਾਂ ਫੈਸਲੇ ਲੈਣੇ ਬੇहद ਮੁਸ਼ਕਲ ਹੋ ਜਾਂਦੇ ਨੇ। ਇਹ ਕਿਉਂਕਿ ਮੰਤਰੀਆਂ ਦੀ ਮੰਗ ਸੀਗੀ ਕਿ ਅਸੀਂ ਅਧਿਕਾਰੀਆਂ ਨਾਲ ਕੋਈ ਗੱਲਬਾਤ ਨਹੀਂ ਕਰਨੀ, ਅਧਿਕਾਰੀਆਂ ਦਾ ਜੋ ਰਵੱਈਆ ਰਿਹਾ ਉਹ ਬੇहद ਗਲਤ ਰਿਹਾ ਵਾ। ਲੇਕਿਨ ਮੁੱਖ ਮੰਤਰੀ ਵੱਲੋਂ, ਕਿਉਂਕਿ ਚੀਫ ਸੈਕਟਰੀ ਜਾਂ ਪ੍ਰਿੰਸੀਪਲ ਸੈਕਟਰੀ ਜਿਹੜੇ तमाम ਸੀਨੀਅਰ ਅਧਿਕਾਰੀ ਨੇ ਉਹ ਬੈਠਣਗੇ ਜਾਂ ਨਹੀਂ ਬੈਠਣਗੇ, ਇਹ ਫੈਸਲਾ ਮੁੱਖ ਮੰਤਰੀ ਹੋਰਾਂ ਨੇ ਕਰਨਾ ਵਾ ਔਰ ਕਾਫੀ ਅਹਿਮ ਜਿਹੜਾ ਵਾ ਥੋੜੀ ਦੇਰ ਬਾਅਦ ਜਦੋਂ ਕੈਬਨਿਟ ਸ਼ੁਰੂ ਹੋਏਗੀ ਤਾਂ ਇਹ तमाम ਮਸਲੇ ਜਿਹੜੇ ਉਹ ਵਿਚਾਰੇ ਜਾਣਗੇ। ਤੇ ਵਾਕਈ ਨਜ਼ਰਾਂ ਇਸ ਮੀਟਿੰਗ ਤੇ ਟਿਕੀਆਂ ਹੋਈਆਂ। ਧੰਨਵਾਦ ਤੁਹਾਡਾ ਪੰਕਜ, ਇਸ ਖਬਰ ਦੀ ਪੂਰੀ ਜਾਣਕਾਰੀ ਦੇਣ ਵਾਸਤੇ। ਅਹਿਮ ਮੀਟਿੰਗ ਹੋਣ ਜਾ ਰਹੀ ਜਿਸ ਤੋਂ ਬਾਅਦ ਕਈ ਤਰ੍ਹਾਂ ਦੇ ਫੈਸਲੇ ਲਏ ਜਾਣਗੇ ਔਰ ਸ਼ਰਾਬ ਤੇ ਐਕਸਾਈਜ਼ ਪਾਲਿਸੀ ਉਸ ਨੂੰ ਲੈ ਕੇ ਵੀ ਗੰਭੀਰ ਚਰਚਾ ਹੋਣੀ ਸੰਭਵ ਹੈ। ਹੁਣ ਅੱਗੇ ਵਧਦੇ ਹਾਂ। ਖਬਰ ਇਸੇ ਮੀਟਿੰਗ ਦੇ ਨਾਲ ਤਾਲੁਕ ਰੱਖਦੀ ਹੈ ਕਿਉਂਕਿ ਪਿੱਛੇ ਕੁਝ ਦਿਨਾਂ ਜਿਹੜੀ ਪ੍ਰੀ ਕੈਬਨਿਟ ਮੀਟਿੰਗ ਹੋਈ ਉਸ ਦੌਰਾਨ ਕੁਝ ਤਲਖੀ ਹੋਈ ਔਰ ਹੁਣ ਮੰਤਰੀਆਂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਹਮਾਇਤ ਮਿਲੀ ਹੈ। ਮੰਤਰੀਆਂ ਦੇ ਅਸਤੀਫੇ ਦਾ ਸਵਾਲ ਹੀ ਨਹੀਂ ਉੱਠਦਾ। ਜਾਖੜ ਖੁਦ ਇਹ ਗੱਲ ਦਾ ਕਹਿ ਰਿਹਾ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਸਵਾਲ ਨਹੀਂ ਉੱਠਦਾ ਕਿ ਉਹਨਾਂ ਵੱਲੋਂ ਕਿਸੇ ਤਰ੍ਹਾਂ ਦਾ ਰੈਜ਼ਿਗਨੇਸ਼ਨ ਦਿੱਤਾ ਜਾਵੇ ਔਰ ਅਫਸਰ ਸੀਐਮ ਦੀ ਸ਼ਰਾਫਤ ਦਾ ਨਾਜਾਇਜ਼ ਫਾਇਦਾ ਚੁੱਕ ਰਹੇ ਨੇ। ਅਧਿਕਾਰੀਆਂ ਦਾ ਹੰਕਾਰ ਬੋਲ ਰਿਹਾ ਹੈ ਤੇ ਸੁਨੀਲ ਜਾਖੜ ਵੱਲੋਂ ਇਹ ਬਿਆਨਬਾਜ਼ੀ ਜਿਹੜੀ ਉਹ ਅਧਿਕਾਰੀਆਂ ਤੇ ਕੀਤੀ ਜਾ ਰਹੀ ਹੈ ਔਰ ਜੋ ਤਲਖੀ ਦੇਖੀ ਗਈ ਮੰਤਰੀ ਔਰ ਅਧਿਕਾਰੀਆਂ ਦੇ ਵਿੱਚ ਉਸ ਦਾ ਆਪਣਿਆਂ ਦੇ ਨਾਲ ਜਿਹੜੇ ਵਿਰੋਧੀ ਧਿਰ ਵਾਲੇ ਨੇ ਉਹ ਵੀ ਖੂਬ ਇਸ ਤੇ ਆਪਣੇ ਹੱਥ ਸੇਕ ਰਹੇ ਨੇ, ਨਜ਼ਰ ਆ ਰਹੇ ਨੇ। ਔਰ ਹੁਣ ਸੁਨੀਲ ਜਾਖੜ ਨੇ ਆਪਣੀ ਹਮਾਇਤ ਦਿੱਤੀ ਉਹ ਮੰਤਰੀਆਂ ਨੂੰ। ਉਹਨਾਂ ਨੇ ਕਿਹਾ ਹੈ ਕਿ ਮਨਪ੍ਰੀਤ ਬਾਦਲ ਦਾ ਮੀਟਿੰਗ ਛੱਡਣ ਦਾ ਜਿਹੜਾ ਫੈਸਲਾ ਸੀ ਉਹ ਬਿਲਕੁਲ ਠੀਕ ਹੈ ਤੇ ਇੱਕ ਤਰ੍ਹਾਂ ਹਮਾਇਤ ਮਿਲ ਰਹੀ ਹੈ ਉਹ ਮੰਤਰੀਆਂ ਨੂੰ ਜਿਹੜੇ ਉਸ ਮੀਟਿੰਗ ਦੇ ਵਿੱਚ ਮੌਜੂਦ ਸਨ ਔਰ ਥੋੜੀ ਦੇਰ ਦੇ ਵਿੱਚ ਅੱਧੇ ਘੰਟੇ ਵਿੱਚ ਇਹ ਮੀਟਿੰਗ ਰੱਖੀ ਜਾਵੇਗੀ ਜਿਸ ਦੇ ਵਿੱਚ ਸੀਐਮ ਕੈਪਟਨ ਅਮਰਿੰਦਰ ਖੁਦ ਸ਼ਾਮਿਲ ਹੋਣਗੇ ਔਰ ਜਿਹੜੀ ਤਲਖੀ ਹੋਈ ਸੀ ਉਸ ਤੋਂ ਬਾਅਦ
ਪੰਜਾਬ ਕਾਂਗਰਸ ਦੇ ਪ੍ਰਧਾਨ ਵੱਲੋਂ ਇਹ ਕਿਹਾ ਗਿਆ ਹੈ ਕਿ ਮੰਤਰੀਆਂ ਦੇ ਅਸਤੀਫੇ ਦੀ ਗੱਲ ਜਿਹੜੀ ਹੈ ਉਸ ਦਾ ਕੋਈ ਸਵਾਲ ਹੀ ਨਹੀਂ ਉੱਠਦਾ ਔਰ ਜਿਹੜੇ ਅਫਸਰ ਨੇ ਉਹ ਸੀਐਮ ਦੀ ਸ਼ਰਾਫਤ ਦਾ ਨਾਜਾਇਜ਼ ਫਾਇਦਾ ਚੁੱਕ ਰਹੇ ਨੇ। मैं इस गल सीएम साहब इस मसले ते जिहड़ी पॉलिसी लोकां दी इच्छा है, लोकां दी भावना नूं सामने रख के पॉलिसी अप्रूव होगी, उन्हें इंप्लीमेंट करने वाले देखो एक मैं थोड़े राही कहना चाहूंगा पंकज जी तो नोबडी माइंड माई वर्ड नोबडी इज इंडिस्पेंसेबल जी गल मैं थोनू कोई साडे कोल ब्यूरोक्रेसी के अंदर बहुत ही बढ़िया कंपीटेंट ऑफिसर है कोई गल नहीं पर आ फैसला किहदे तो इंप्लीमेंट कराना है दिस इज द प्रेरोगेटिव अधिकार क्षेत्र सीएम साहब का है। मैं थोनू एक जिहड़ी प्रिंसीपल गल है वो दस रहा अच्छा हुंदा मंत्रिमंडल की जिहड़ी इच्छावां है वो ब्यूरोक्रेसी सही तरीके नाल उन्हां नूं अगर कोई किंतु परंतु सीगी एक बड़े सही तरीके नाल शिष्टाचार दे नाल उन्हां गल्लां नूं आपस च डिस्कस किया जा सकता था। दैट मैच्योरिटी दैट सोबराइटी और जिहड़ी हलीमी है वो मिसिंग सीगी ऑल दैट इज व्हाट इज मिसिंग। सीएम साहब की हलीमी सीएम साहब की परमानसी मैं समझदा भी उसका नजायज फायदा उठा के आ स्थिति आई है जिन्हों हल कर लिया जाएगा। लेकिन जाखड़ साहब हल किवें होएगा? हुण तां बहुत सारे विधायक मंत्री कह रहे हैं कि चीफ सैकटरी इस्तीफा देवे और रवनीत सिंह बिट्टू होरी कह रहे हैं कि मंत्री इस्तीफा देण मंत्रियों नूं इस तरीके नाल वॉकआउट नहीं करना चाहिए सीगा क्योंकि दो पासे कांग्रेस हो गई है। तो तुहानूं की लगदा है कि कांग्रेस मंत्रियों नूं इस्तीफा देना चाहिए या अधिकारियों के उत्ते एक्शन होना चाहिए? अधिकारियों के उत्ते एक्शन होना चाहिए। Not even a question. Congress party stands for the supremacy of people. लोकां दी जिहड़ी सुपरमेसी है ਉਹਦੇ ਵਾਸਤੇ ਇੱਕ ਸੰਵਿਧਾਨ ਖੜਾ ਹੈ ਉਹਦੇ ਤੇ ਪਹਿਰਾ ਦੇਣ ਨੂੰ ਕਾਂਗਰਸ ਪਾਰਟੀ ਖੜੀ ਹੈ। ਲੋਕਾਂ ਦੀ ਆਵਾਜ਼ ਜਿਹੜੀ ਹੈ ਲੋਕਾਂ ਦੀ ਭਾਵਨਾ the will of people is represented through the elected representatives of people। ਉਹਨਾਂ ਲੋਕਾਂ ਦੇ ਨੁਮਾਇੰਦੇ ਹੈ ਉਹ ਕਿਸੇ ਹਾਲਤ ਦੇ ਵਿੱਚ ਇਸ ਹਾਲਾਤ 'ਚ ਮੈਂ ਉਸ ਗੱਲ ਦੇ ਬਿਲਕੁਲ ਖਿਲਾਫ ਹਾਂ। ਬਿਲਕੁਲ ਕੋਈ ਅਸਤੀਫਾ ਨਹੀਂ ਦੇਣਗੇ क्योंकि उन्होंने लोगों की भावनावां लोगों की बेहतरी वास्ते जो उन्होंने रखी है। साफ तौर पर देखा जा सकता है कि किस तरह सुनील जाखड़ जिहड़े कि अधिकारियों को टारगेट कर रहे हैं। बाकी आने वाली मीटिंग जिहड़ी हुण अद्धे घंटे बाद होण जा रही है उसते बहुत सारिया जिहड़ियां चीज़ां ने वो क्लीयर हो जाणगियां। हुण अगे वधदे हां। हुण अगली खबर देश दे नाल जुड़ी हुई है। 17 मई तो बाद दी रणनीति ते हुण एक वड्डा मंथन होण जा रहा है और अज ये मंथन होवेगा। अज मुड़ तो मुख मंत्रियों के नाल बैठक करनगे पीएम मोदी। दोपहर 3 बजे वीडियो कॉन्फ्रेंसिंग दे नाल होवेगी बैठक और सारे मुख मंत्रियों तो जिहड़ा फीडबैक है जो भी कोरोना वायरस दे संबंधित जो जिले प्रदेश का हाल है सूबिया का हाल है वो फीडबैक के तौर पर लिया जाएगा और पीएम मोदी अज सारे मुख मंत्रियों को बोलण का मौका भी देंगे। उधर कोरोना संकट ते पीएम और सीएम की यह 5वीं बैठक होने जा रही यानी कि जदों तो इस संकट पूरे देश ते छाया होया है उस तो बाद लगातार प्रधानमंत्री मोदी वालों सीएम्स दे नाल जिहड़े कि अड सूबियां दे जिहड़े मुख मंत्री उन्हां नाल गलबात की गई है वीडियो कॉन्फ्रेंसिंग जरिए और अज 5वीं बैठक होने जा रही है जिस दे विच तमाम सूबियां दा फीडबैक लिया जाएगा कि उत्थे की कुछ हालात चल रहे हैं। उधर रेल तो बाद हवाई सेवा भी शुरू करने की तैयारी जिहड़ी है उस सूत्रा के हवाले तो ये वड्डी खबर आ रही है कि हो सकता है कुछ डोमेस्टिक फ्लाइट्स जिहड़ियां ने उन्होंने शुरू किया जाए और स्टार्टिंग दे विच हो सकता है कि 25% ही डोमेस्टिक फ्लाइटां जिहड़ियां ने उन्हां दा आगाज किया जाए और 94 रूट से दित्ती जा सकती है उड़ानां नूं मंजूरी और दिल्ली तो बेंगलुरु ते मुंबई रूट शुरू करने ते विचार विमर्श हो रहा है। सूत्रा वालों असीं तुहानूं एक खबर विखा रहे हैं। इस तो पहला खबर आई सी कि रेलवे विभाग हुण कुछ ट्रेनां नूं चलाउण दा विचार कर रहा और उस तो बाद हुण हवाई जहाज या डोमेस्टिक फ्लाइट कह लो जिहड़े हुण दोबारा तो उड़ाना भरनगे और डीजीसी दी हरी झंडी तो बाद ये ऐलान होवेगा। और सूत्रा वालों एक खबर तुहानूं विखा रहे अज मुख मंत्रियों दे नाल पीएम दी बैठक होण जा रही है जिस तो बाद तमाम फैसले आउण दी उम्मीद है। ਤੇ ਉਧਰ ਲੌਕਡਾਊਨ ਵਿਚਾਲੇ ਸਰਕਾਰ ਦਾ ਇੱਕ ਵੱਡਾ ਫੈਸਲਾ ਹੈ। 1.5 ਮਹੀਨੇ ਤੋਂ ਬਾਅਦ ਕੱਲ ਤੋਂ ਮੁੜ ਚੱਲਣਗੀਆਂ ਟ੍ਰੇਨਾਂ। ਸ਼ੁਰੂ ਦੇ ਵਿੱਚ 15 ਰੂਟਾਂ ਤੇ ਹੀ ਟ੍ਰੇਨਾਂ ਚਲਾਈਆਂ ਜਾਣਗੀਆਂ। ਇਹ ਫੈਸਲਾ ਲਿਆ ਗਿਆ ਹੈ ਔਰ ਦਿੱਲੀ ਤੋਂ ਬਾਅਦ 15 ਸ਼ਹਿਰਾਂ ਲਈ
ਚੱਲਣਗੀਆਂ ਟ੍ਰੇਨਾਂ। ਦਿੱਲੀ ਜੰਮੂ ਰੂਟ ਤੇ ਵੀ ਚੱਲੇਗੀ ਟ੍ਰੇਨ ਔਰ ਅੱਜ ਸ਼ਾਮ 4 ਵਜੇ ਤੋਂ ਹੋਵੇਗੀ ਟਿਕਟਾਂ ਦੀ ਬੁਕਿੰਗ, ਯਾਨੀ ਕਿ ਅੱਜ ਸ਼ਾਮ 4 ਵਜੇ ਤੋਂ ਤੁਸੀਂ ਟਿਕਟਾਂ ਦੀ ਬੁਕਿੰਗ ਸ਼ੁਰੂ ਕਰ ਸਕਦੇ ਹੋ ਔਰ IRCTC ਦੀ ਜਿਹੜੀ ਵੈਬਸਾਈਟ ਹੈ ਉੱਥੇ ਜਾ ਕੇ ਹੀ ਤੁਸੀਂ ਇਹਨਾਂ ਦੀ ਬੁਕਿੰਗ ਸ਼ੁਰੂ ਕਰ ਸਕਦੇ ਹੋ, ਯਾਨੀ ਕਿ ਬੁਕਿੰਗ ਕਰ ਸਕਦੇ ਹੋ ਟਿਕਟਾਂ ਦੀ ਔਰ ਉਸ ਤੋਂ ਬਾਅਦ ਟਿਕਟ ਕਨਫਰਮ ਹੋਣ ਤੇ ਹੀ ਤੁਸੀਂ ਸਟੇਸ਼ਨ ਵਿੱਚ ਤੁਹਾਨੂੰ ਅੰਦਰ ਐਂਟਰੀ ਮਿਲੇਗੀ ਔਰ ਸਟੇਸ਼ਨ ਤੇ ਬੁਕਿੰਗ ਕਾਊਂਟਰ ਜਿਹੜੇ ਨੇ ਉਹ ਨਹੀਂ ਖੁੱਲਣਗੇ, ਯਾਨੀ ਕਿ ਕੁਝ ਲੋਕ ਅਗਰ ਇਸ ਅਸਮੰਜਸ ਦੇ ਵਿੱਚ ਨੇ ਕਿ ਉਹ ਟਿਕਟ ਕਾਊਂਟਰ ਤੇ ਜਾ ਕੇ ਬੁਕਿੰਗ ਕਰ ਲੈਣਗੇ ਜਾਂ ਆਨਲਾਈਨ ਬੁਕਿੰਗ ਕਰਨ ਲਈ ਸਮਰਥ ਨਹੀਂ ਹੈਗੇ ਤੇ ਉਹਨਾਂ ਵਾਸਤੇ ਵੀ ਇਹ ਬੁਰੀ ਖਬਰ ਹੈ, ਕਿਉਂਕਿ ਤੁਸੀਂ ਟਿਕਟ ਕਾਊਂਟਰ ਤੇ ਜਾ ਕੇ ਬੁਕਿੰਗ ਨਹੀਂ ਕਰ ਸਕਦੇ, ਤੁਹਾਨੂੰ ਵੈਬਸਾਈਟ ਤੇ ਜਾ ਕੇ ਹੀ ਬੁਕਿੰਗ ਕਰਨੀ ਪਏਗੀ ਔਰ ਅੱਜ ਸ਼ਾਮ 4 ਵਜੇ ਤੋਂ ਬੁਕਿੰਗ ਖੁੱਲ ਜਾਵੇਗੀ ਔਰ ਉਹਦੇ ਸਪੈਸ਼ਲ ਟ੍ਰੇਨਾਂ ਦੇ ਵਿੱਚ ਹੋਣਗੇ ਸਿਰਫ AC ਕੋਚ ਔਰ ਸਾਰੀਆਂ ਟ੍ਰੇਨਾਂ ਦੇ ਵਿੱਚ ਰਾਜਧਾਨੀ ਦੇ ਬਰਾਬਰ ਕਿਰਾਇਆ ਵਸੂਲ ਕੀਤਾ ਜਾਵੇਗਾ, ਜਿੱਥੇ ਮਾਸਕ ਪਾਉਣਾ ਜ਼ਰੂਰੀ ਹੋਵੇਗਾ। ਇਸ ਦੇ ਨਾਲ ਹੀ ਸਕਰੀਨਿੰਗ ਵੀ ਜਿਹੜੀ ਲੋਕਾਂ ਦੀ ਹੈ ਉਹ ਬਕਾਇਦਾ ਤੌਰ ਤੇ ਕੀਤੀ ਜਾਵੇਗੀ ਤਾਂ ਕਿ ਲੋਕਾਂ ਦਾ ਪੂਰਾ ਖਿਆਲ ਰੱਖਿਆ ਜਾ ਸਕੇ ਔਰ ਕੋਰੋਨਾ ਦੀ ਚਪੇਟ ਤੋਂ ਰੋਕਿਆ ਜਾ ਸਕੇ ਤੇ ਨਾਲ ਹੀ ਉਹਨਾਂ ਦਾ ਜਿਹੜਾ ਹਿਜਰਤ ਦਾ ਤਰੀਕਾ ਹੈ, ਪਲਾਇਨ ਦਾ ਤਰੀਕਾ ਹੈ, ਉਹਨੂੰ ਸੰਭਵ ਬਣਾਇਆ ਜਾਵੇ। लॉकडाउन की वजह से देश में बंद हुई रेल सेवा कल से शुरू होने जा रही है। कल यानी 12 मई से 15 जोड़ी ट्रेन को शुरू किया जाएगा, जिनकी बुकिंग आज शाम 4 बजे यानी 11 मई की शाम 4 बजे से शुरू होगी। शुरू में ये 15 जोड़ी ट्रेन नई दिल्ली से डिब्रूगढ़, अगरतला, हावड़ा, पटना, बिलासपुर, रांची, भुवनेश्वर, सिकंदराबाद, बेंगलुरु, चेन्नई, तिरुवनंतपुरम, मडगांव, मुंबई सेंट्रल, अहमदाबाद और जम्मू तवी के लिए इसकी शुरुआत होगी। क्योंकि जिस तरह से लॉकडाउन के बाद पूरी रेल सेवा को बंद कर दिया गया था, सिर्फ श्रमिकों के लिए स्पेशल ट्रेन चलाई गई थी, उसके बाद में कल से ये पहली शुरुआत है ट्रेन की। इसमें समझो किराया है वो सामान्य रहेगा। फिलहाल ट्रेनों की जो आवाजाही है उसको लेकर कौन कौन से स्टेशन पर रुकेंगी, कहाँ नहीं रुकेंगी और उसकी समय सारणी आज शाम तक जारी की जाएगी। लेकिन तत्काल बुकिंग और प्रीमियम तत्काल जैसी सुविधाएं अभी इसमें फिलहाल मौजूद नहीं होंगी। कल से शुरू होने वाली रेल सेवा में तमाम जो लोग हैं जो फंसे हुए हैं या जो दिल्ली से कहीं जाना चाहते हैं, उनके लिए एक राहत भरी बात है। कैमरा पर्सन जगदीश सुप्रेती के साथ पवन गौड़, नेटवर्क 18, दिल्ली। ਤੇ ਉਹ ਲੋਕ ਜਿਹੜੇ ਲਾਕਡਾਊਨ ਦੇ ਕਰਕੇ ਆ ਵੱਖ-ਵੱਖ ਸੂਬਿਆਂ ਦੇ ਵਿੱਚ ਫਸੇ ਹੋਏ ਸੀ, ਉਹਨਾਂ ਵਾਸਤੇ ਬੇਸ਼ੱਕ ਇੱਕ ਰਾਹਤ ਦੀ ਖਬਰ ਇਹ ਜ਼ਰੂਰ ਹੈ। ਅੱਗੇ ਵਧਦੇ ਹਾਂ। ਅੰਮ੍ਰਿਤਸਰ ਪ੍ਰਸ਼ਾਸਨ ਦੀ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਕੋਰੋਨਾ ਮਰੀਜ਼ ਨੂੰ ਨੈਗੇਟਿਵ ਦੱਸ ਕੇ ਉਸ ਨੂੰ ਘਰ ਭੇਜ ਦਿੱਤਾ ਗਿਆ ਔਰ ਬਾਅਦ ਵਿੱਚ ਸਿਹਤ ਵਿਭਾਗ ਨੇ ਮਹਿਲਾ ਨੂੰ ਆਈਸੋਲੇਟ ਕਰ ਦਿੱਤਾ। ਇਲਾਕੇ ਨੂੰ ਵੀ ਹੁਣ ਪੂਰੀ ਤਰ੍ਹਾਂ ਸੀਲ ਕੀਤਾ ਗਿਆ ਹੈ ਔਰ ਤੁਹਾਨੂੰ ਦੱਸ ਦਈਏ ਕਿ ਜਾਣਕਾਰੀ ਮਿਲ ਰਹੀ ਹੈ ਕਿ ਇਹ ਮਹਿਲਾ ਨੰਦੇੜ ਸਾਹਿਬ ਤੋਂ ਪਰਤੀ ਸੀ ਔਰ ਇਸ ਤੋਂ ਬਾਅਦ ਇਸ ਦਾ ਟੈਸਟ ਕੀਤਾ ਗਿਆ ਸੀ ਔਰ ਉਸ ਤੋਂ ਬਾਅਦ ਇਸ ਨੂੰ ਨੈਗੇਟਿਵ ਦੱਸ ਕੇ घर भेज दिता गया सी और हुण एक तरह अफरा तफरी का माहौल है, क्योंकि एक लापरवाही सामने आई है। हुण सेहत विभाग ने कुछ लक्षणों नूं वेखदियां होया इसनूं आइसोलेट कर दिता गया है और इलाके नूं पूरी तरह सील कर दिता गया है। ते एक वड्डी लापरवाही इस वेले प्रशासन दी सामने आ रही है, जिथे एक मरीज ਨੂੰ ਪਹਿਲਾਂ ਨੈਗੇਟਿਵ ਦੱਸ ਦਿੱਤਾ ਜਾਂਦਾ ਹੈ, ਉਸ ਤੋਂ ਬਾਅਦ ਉਸਦੀ ਦੁਬਾਰਾ ਸਕਰੀਨਿੰਗ ਕੀਤੀ ਜਾਂਦੀ ਹੈ ਤੇ ਉਸ ਨੂੰ ਆਈਸੋਲੇਟ ਕੀਤਾ ਜਾਂਦਾ ਹੈ। ਜ਼ਾਹਿਰ ਜੀ ਗੱਲ ਹੈ ਲੋਕਾਂ ਵਾਸਤੇ ਵੀ ਇੱਕ ਪਰੇਸ਼ਾਨੀ ਦਾ ਸਬਬ ਹੈ। ਜੋ ਲੋਕ ਇਸ ਵੇਲੇ ਠੀਕ ਨੇ ਉਸ ਇਲਾਕੇ ਦੇ ਵਿੱਚ, ਹੁਣ ਉਸ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਔਰ ਤੁਹਾਨੂੰ ਦੱਸ ਦਈਏ ਕਿ ਨੰਦੇੜ ਸਾਹਿਬ ਤੋਂ ਇਹ ਮਹਿਲਾ ਪਰਤੀ ਸੀ, ਜਿਸ ਤੋਂ ਬਾਅਦ ਇਸ ਦਾ ਟੈਸਟ ਕੀਤਾ ਗਿਆ ਸੀ। ਤੇ ਜਿੱਥੇ ਕੋਰੋਨਾ ਵਾਇਰਸ ਦੇ ਲਗਾਤਾਰ ਕੇਸ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ, ਅੰਮ੍ਰਿਤਸਰ ਵੀ ਇੱਕ ਹੌਟਸਪੌਟ ਬਣਿਆ ਹੋਇਆ ਹੈ। ਸਭ ਤੋਂ ਵੱਧ ਕੋਰੋਨਾ ਵਾਇਰਸ ਦੇ ਜਿਹੜੇ ਅੰਕੜੇ ਨੇ ਉਹ ਅੰਮ੍ਰਿਤਸਰ ਦੇ ਵਿੱਚ ਹੀ ਦਰਜ ਕੀਤੇ ਗਏ ਨੇ। ਸਭ ਤੋਂ ਪਹਿਲਾ ਕੇਸ ਤੁਹਾਨੂੰ ਦੱਸ ਦਈਏ, ਤੁਹਾਨੂੰ ਯਾਦ ਵੀ ਹੋਵੇ ਕਿ ਅੰਮ੍ਰਿਤਸਰ ਦੇ ਵਿੱਚ ਹੀ ਸਭ ਤੋਂ ਪਹਿਲਾ ਮਾਮਲਾ ਵੀ ਜਿਹੜਾ ਕੋਰੋਨਾ ਵਾਇਰਸ ਦਾ ਸਾਹਮਣੇ ਆਇਆ ਸੀ। ਉਸ ਤੋਂ ਬਾਅਦ ਲਗਾਤਾਰ ਇਹ ਅੰਕੜਿਆਂ ਦੇ ਵਿੱਚ ਇਜ਼ਾਫਾ ਹੀ ਹੋਇਆ ਹੈ ਔਰ ਹੁਣ ਪ੍ਰਸ਼ਾਸਨ ਦੀ ਇੱਕ ਵੱਡੀ ਲਾਪਰਵਾਹੀ ਸਾਹਮਣੇ ਆ ਰਹੀ ਹੈ, ਕਿਉਂਕਿ ਇਹੋ ਜਿਹੇ ਮਾਹੌਲ ਦੇ ਵਿੱਚ ਲਾਪਰਵਾਹੀ ਦੀ ਕੋਈ ਜਗ੍ਹਾ ਨਹੀਂ ਹੁੰਦੀ ਔਰ ਅੰਮ੍ਰਿਤਸਰ ਪ੍ਰਸ਼ਾਸਨ ਦੀ ਇਹ ਵੱਡੀ ਲਾਪਰਵਾਹੀ, ਜਿੱਥੇ ਕਿ ਪਹਿਲਾਂ ਇੱਕ ਕੋਰੋਨਾ ਮਰੀਜ਼ ਨੂੰ ਨੈਗੇਟਿਵ ਦੱਸ ਦਿੱਤਾ ਜਾਂਦਾ ਹੈ, ਉਸ ਨੂੰ ਘਰ ਭੇਜ ਦਿੱਤਾ ਜਾਂਦਾ ਹੈ, ਯਾਨੀ ਕਿ ਕਿੰਨੇ ਲੋਕ ਉਸ ਦੇ ਸੰਪਰਕ ਦੇ ਵਿੱਚ ਆਏ ਹੋਣਗੇ ਔਰ ਉਸ ਤੋਂ ਬਾਅਦ ਵਿੱਚ ਸਿਹਤ ਵਿਭਾਗ ਜਦੋਂ ਦੁਬਾਰਾ ਮਹਿਲਾ ਦੀ ਸਕਰੀਨਿੰਗ ਕਰਦਾ ਹੈ ਤੇ ਉਸ ਤੋਂ ਬਾਅਦ ਉਸ ਨੂੰ ਆਈਸੋਲੇਟ ਕੀਤਾ ਜਾਂਦਾ ਹੈ ਔਰ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਜਾਂਦਾ ਹੈ। देखो बाबा बकाला ਦੇ ਵਿੱਚ ਜਿਹੜੇ ਪੋਜ਼ਿਟਿਵ ਕੇਸਿਸ ਆਏ ਸੀਗੇ ਉਹ ਤਾਂ ਅਸੀਂ ਸਾਰੇ ਹੀ ਉੱਥੇ ਗੁਰੂ ਨਾਨਕ ਦੇਵ ਹਸਪੀਟਲ
ਜਾਂ ਜਿਹੜੇ ਨੰਦੇੜ ਸਾਹਿਬ ਤੋਂ ਸੀਗੇ ਉਹ ਗੁਰੂ ਰਾਮਦਾਸ ਉੱਥੇ ਦਾਖਲ ਕਰਾਤੇ ਸੀਗੇ। ਬਾਕੀ ਜਿਹੜੇ ਸਾਰੇ ਸੀਗੇ ਉਹਨਾਂ ਨੂੰ ਘਰਾਂ ਨੂੰ ਭੇਜਤਾ ਸੀਗਾ ਕਿ ਹੋਮ ਕੁਆਰੰਟਾਈਨ ਰਹਿਣਾ ਹੈਗਾ। ਅਗਲੇ ਦਿਨ ਹੀ ਉਹ ਲੇਡੀ ਦੀ ਰਿਪੋਰਟ ਜਿਹੜੀ ਆ ਪੋਜ਼ਿਟਿਵ ਆ ਗਈ ਆ। ਸਾਡੀ RRT ਟੀਮ ਜਾ ਕੇ ਤੇ ਉਹਨੂੰ ਕੱਲ੍ਹ ਲਿਜਾ ਕੇ ਉੱਥੇ ਗੁਰੂ ਰਾਮਦਾਸ ਦਾਖਲ ਕਰਤਾ ਗਿਆ। ਜਦੋਂ ਤੱਕ ਉਹਨਾਂ ਦੀ ਰਿਪੋਰਟ ਆਂਦੀ ਨਹੀਂ ਹੈ ਪਹਿਲੇ ਰਿਪੋਰਟ ਉਹ ਤੱਕ ਘਰ ਨਹੀਂ ਭੇਜਿਆ ਜਾਣਾ ਚਾਹੀਦਾ ਸੀ। ਦੇਖੋ ਜੋ ਪੋਜ਼ਿਟਿਵ ਮਰੀਜ਼ ਸੀਗੇ ਉਹਨਾਂ ਨੂੰ ਤਾਂ ਅਸੀਂ ਦਾਖਲ ਕਰਵਾਤਾ ਸੀਗਾ। ਬਾਕੀਆਂ ਨੂੰ ਇਹੀ ਸੋਚ ਕੇ ਕਿ ਸਾਰੇ ਨੈਗੇਟਿਵ ਹੈਗੇ ਆ ਉਹਨਾਂ ਨੂੰ ਘਰ ਭੇਜਤਾ ਗਿਆ ਸੀਗਾ। ਪਰ ਇਹਦੀ ਪਤਾ ਨਹੀਂ ਕਿਸ ਤਰ੍ਹਾਂ ਰਿਪੋਰਟ ਜਿਹੜੀ ਹੈਗੀ ਆ ਬਾਅਦ ਦੇ ਵਿੱਚ ਅਗਲੇ ਦਿਨ ਆਈ ਸੀਗੀ ਜਿਹਦੇ 'ਚ ਪੋਜ਼ਿਟਿਵ ਪਾਈ ਗਈ ਤੇ ਅਸੀਂ ਉਸੇ ਟਾਈਮ ਹੀ ਟੀਮ ਭੇਜ ਕੇ ਉਹਨਾਂ ਨੂੰ ਗੁਰੂ ਰਾਮਦਾਸ ਹਸਪੀਟਲ ਦਾਖਲ ਕਰਵਾਤਾ। ਸਰ ਜਿਹੜੇ ਜੱਜ ਸਾਹਿਬਾਨ ਦੇ ਵਕੀਲ ਦੇ ਔਰ ਉਹ ਜਿਹੜੇ ਅਦਾਲਤ ਦੇ ਜਿਹੜੇ ਸਟਾਫ ਦੇ ਸੈਂਪਲ ਲੈ ਗਏ ਨੇ ਉਹਨਾਂ ਦੀ ਰਿਪੋਰਟ ਕਦੋਂ ਆਉਣੀ ਹੈ ਜੀ? ਦੇਖੋ ਉਹਨਾਂ ਦੇ ਕੁਝ ਦੇ ਕੱਲ੍ਹ ਆ ਕੁਝ ਅੱਜ ਸੈਂਪਲ ਲਏ ਹੈਗੇ ਆ। ਇਹਨਾਂ ਦੀ ਪਰਸੋਂ ਤੱਕ ਰਿਪੋਰਟ ਆ ਜਾਏਗੀ। ਇੱਕ ਜਿਹੜੇ ਸੈਂਪਲਿੰਗ ਜਿਹੜੀ ਕੀਤੀ ਜਾਂਦੀ ਹੈ ਉਹਦੀ ਰਿਪੋਰਟ ਕਦੋਂ ਤੱਕ ਮਤਲਬ ਆ ਜਾਂਦੀ ਹੈ ਜਾਂ ਉਹਦਾ ਕੀ ਪ੍ਰੋਸੈਸ ਹੁੰਦਾ? ਕਿਉਂਕਿ ਕਈ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਕਿ ਬਹੁਤ ਸਾਰੇ ਸੈਂਪਲ ਐਸੇ ਨੇ ਜਿਨ੍ਹਾਂ ਦੀ ਹਾਲੇ ਤੱਕ ਰਿਪੋਰਟ ਨਹੀਂ ਆਈ। ਦੇਖੋ ਸੈਂਪਲਿੰਗ ਜਿਹੜੀ ਹੈਗੀ ਆ ਬੈਚਿਸ ਦੇ ਵਿੱਚ ਲੱਗਦੀ ਹੈਗੀ ਆ ਔਰ ਮੈਡੀਕਲ ਕਾਲਜ ਜਿਹੜੀ ਅੰਮ੍ਰਿਤਸਰ ਦੀ ਲੈਬੋਰਟਰੀ ਇਹਦੇ ਨਾਲ ਹੋਰ 6 ਜ਼ਿਲ੍ਹੇ ਵੀ ਅਟੈਚ ਹੈਗੇ ਆ। ਸਾਰੇ ਜ਼ਿਲ੍ਹਿਆਂ ਦੀ ਇਹਨਾਂ ਨੇ ਰਿਪੋਰਟਿੰਗ ਕਰਨੀ ਹੁੰਦੀ ਹੈਗੀ ਆ। ਜਦੋਂ ਵੀ ਇੱਕ ਬੈਚ ਦੇ ਵਿੱਚ ਜਿੰਨੇ ਸੈਂਪਲ ਲਗਾਉਂਦੇ ਆ ਉਹਦੀ ਰਿਪੋਰਟ ਆ ਜਾਂਦੀ ਆ ਉਹ ਕੰਸਰਨਡ ਜ਼ਿਲ੍ਹਿਆਂ ਨੂੰ ਭੇਜ ਦਿੰਦੇ ਹੈਗੇ ਆ। ਫਿਰ ਨੈਕਸਟ ਬੈਚ ਲਗਾਉਂਦੇ ਹੈਗੇ ਆ। ਦਿਨ ਦੇ ਵਿੱਚ ਕੋਈ 3 ਕੁ ਬੈਚ ਜਿਹੜੇ ਹੈਗੇ ਆ ਲਗਾਉਂਦੇ ਹੈਗੇ ਆ। ਇਹਨਾਂ ਦੀ ਟੋਟਲ ਕਪੈਸਿਟੀ 400 ਟੈਸਟ ਕਰਨ ਦੀ ਪਰ ਡੇ ਹੈਗੀ ਆ ਤੇ ਉਹਦੇ ਅਕੋਰਡਿੰਗਲੀ ਜਿੱਦਾਂ ਇੱਕ ਬੈਚ ਖਤਮ ਹੁੰਦਾ ਉਹਦੀ ਫਿਰ ਛਾਂਟੀ ਕਰਕੇ ਰਿਪੋਰਟ ਜਿਹੜੀ ਉਹ ਭੇਜੀ ਜਾਂਦੀ ਹੈਗੀ ਆ। ਫਿਰ ਅਸੀਂ ਉਹਨਾਂ ਦਾ ਰਿਪੋਰਟ ਤੋਂ ਫਿਰ ਉਹਨਾਂ ਦਾ ਸਾਰਾ ਡਿਟੇਲ ਐਡਰੈਸ ਵਗੈਰਾ ਦੇਖ ਕੇ ਤੇ ਫਿਰ ਦੱਸਿਆ ਜਾਂਦਾ ਵੀ ਇੰਨੇ ਪੋਜ਼ਿਟਿਵ ਹੈਗੇ ਆ ਜਾਂ ਇੰਨੇ ਨੈਗੇਟਿਵ ਹੈਗੇ। ਸਰ ਜਿਸ ਤਰ੍ਹਾਂ ਮੰਨ ਲਓ ਕਿਸੇ ਨੇ 30 ਤਰੀਕ ਦਾ ਜੇਕਰ ਸੈਂਪਲ ਦਿੱਤਾ ਹੋਇਆ ਆਪਣਾ ਤਾਂ ਅੱਜ 11 ਤਰੀਕ ਹੋ ਗਈ, ਅੱਜ ਵੀ ਉਹਦੀ ਰਿਪੋਰਟ ਨਹੀਂ ਆਈ ਤਾਂ ਕੀ ਹੁਣ ਉਸ ਨੂੰ ਜਿਹੜਾ ਰਿਪੋਰਟ ਆਏਗੀ ਉਹਨੂੰ ਵੈਲਿਡ ਮੰਨਿਆ ਜਾਏਗਾ? ਕਿੰਨੇ ਦਿਨ ਤੱਕ ਜਿਹੜਾ ਸਵੈਬ ਲਿਆ ਜਾਂਦਾ ਉਹਨੂੰ ਅਸੀਂ ਕਹਿ ਸਕਦੇ ਕਿ ਉਹ ਟੈਸਟ ਲੈਣ ਦੇ ਯੋਗ ਹੁੰਦਾ? ਦੇਖੋ ਡੀਪ ਫਰੀਜ਼ਰ ਦੇ ਵਿੱਚ ਜਦੋਂ ਅਸੀਂ ਰੱਖ ਦਈਏ ਤਾਂ ਵਾਇਰਸ ਇਨਡੈਫੀਨਿਟ ਟਾਈਮ ਦੇ ਲਈ